परम सत्कारयोग सतगुरां दी साजी निवाजी गुरु रूप प्यारी गुरु सवारी साध संगत जी, आप सारियां संगतां गुरु दरबार दियां हाजरियां भर के जन्म दे कुछ पल कुछ घड़ियां सफलियां करन दे यतन करदे हां। गुरु द्वारा होए सोझी पाई सी, परमात्मा दे नाम दी सोझी लैण वास्ते बंदगी कदों करनी है, किस दी करनी है, किवें करनी है, जीवन किवें बतीत करना है, ये सब कुछ परमात्मा दे कर दे विचों मनुखा जिंदगी नूं प्राप्त हुंदा है। जिस दे विच गुरु नानक देव साहिब जी महाराज ते ऐलानियां कहंदे हन कि तुहाडे अंदर भी एक बहुत वड्डा तीर्थ है, अंतरगत तीर्थ मल नाओ। एक ते धरती ते गुरुद्वारा बनिया है, मंदिर बनिया है, मसीत बनी है, मस्जिद बनी है, होर अनेकां धार्मिक स्थान बने ने। जितना कुछ बाहर बनिया है, गुरु साहिब जी महाराज कहंदे ये सब कुछ तेरे अंदर दी दुनिया दे विच भी हैगा। जिस तरह मनुख कह दिंदा है कि फलानी जगह ते परमात्मा दा घर बनिया है, तो गुरु साहिब जी महाराज कहंदे ने ये जिहड़ी तेरी देही है, इस दे अंदर घर किहड़े दिन बनावेंगा, इस दे अंदर तो परमात्मा दे विचार किस दिन तैयार करेगा। जद विचारधारा दे विच मनुख वध जांदा है ते उस दे अंदर ही अंदर दी दुनिया दे विच एक बहुत वड्डा तीर्थ प्रगट हुंदा है, जिहड़े तीर्थ दे विच तमाम दुनिया दे सारे धार्मिक स्थान आ जांदे ने। ते ओह पैगंबरां दी तरह अपना जिहड़ा जीवन बतीत करदा है, क्योंकि जितने भी पैगंबर अवतारी पुरख समाज विच आए ने, उन्हां पैगंबरां ने अवतारी पुरखां ने किसी भी धार्मिक स्थान नूं ढाह नहीं लाई है जां किसी धार्मिक स्थान नूं ढाउण दे यतन नहीं कीते। हर एक अवतारी पैगंबर ने इहो गल कही है कि जिहो जे बाहरों है वैसे अंदरों भी बनो। बाहरों बहुत पूजा करता है, अंदरों बिल्कुल तो किते खाली ना होवे। सोहना ते मोहना गुरु गोबिंद सिंह जी महाराजियां वेले होए। सोहना पति का नाम सी ते मोहना पत्नी का नाम सी। ये चंगे घराने दे विच पैदा होए ते गीत संगीत दे पहलां तो ही माहर सन। शौक सी इन्हां दा, क्योंकि ਜਿਹੜੇ ਘਰਾਣਿਆਂ ਦੇ ਵਿੱਚ ਪੈਦਾ ਹੁੰਦੇ ਨੇ ਜਾਂ ਕਿਤੇ ਵੀ ਮਨੁੱਖ ਪੈਦਾ ਹੁੰਦਾ ਹੈ, ਉਹਦਾ ਆਪਣੀ ਜ਼ਿੰਦਗੀ ਦਾ ਇੱਕ ਨਾ ਦਾ ਸ਼ੌਂਕ ਹੁੰਦਾ ਹੀ ਹੁੰਦਾ ਹੈ। ਕੋਈ ਨਾ ਕੋਈ ਸ਼ੌਂਕ ਤੇ ਹਰ ਇੱਕ ਮਨੁੱਖ ਦੇ ਅੰਦਰ ਹੁੰਦਾ ਹੈ। ਗੀਤ ਸੰਗੀਤ ਦੇ ਮਾਹਰ ਇਹ ਦੋਨੇ ਬੜਾ ਗੀਤ ਸੰਗੀਤ ਗਾਇਆ ਕਰਨ। और एक दिन रायपुर राणियां इन्हां ने जिहड़ियां मूर्ति पूजा करते सी उहदे वास्ते जल लैके आ रहे सी।
ਤੇ ਉਹ ਠਾਕੁਰਾਂ ਦੀ ਪੂਜਾ ਵਾਸਤੇ ਇਸ਼ਨਾਨ ਵਾਸਤੇ ਜਲ ਲੈ ਕੇ ਆ ਰਹੇ ਸੀ। ਜਦ ਇਹ ਜਲ ਲੈ ਕੇ ਆਉਂਦੇ ਰਸਤੇ ਦੇ ਵਿੱਚ ਇਹਨਾਂ ਨੂੰ ਇੱਕ ਸਿੰਘ ਮਿਲਿਆ, ਜ਼ਖਮੀ ਸਿੰਘ। ਉਹਨੇ ਇਹਨਾਂ ਨੂੰ ਆਵਾਜ਼ਾਂ ਮਾਰ ਕੇ ਕੋਲ ਸੱਦਿਆ ਕਿ ਭਾਈ ਮੈਨੂੰ ਪਾਣੀ ਦੀ ਲੋੜ ਹੈ, ਮੈਨੂੰ ਪਾਣੀ ਪਿਲਾ ਦਿਓ। ਇਹ ਦੋਨੇ ਪਤੀ ਪਤਨੀ ਕਹਿਣ ਲੱਗੇ ਜੇ ਅਸੀਂ ਤੁਹਾਨੂੰ ਪਾਣੀ ਪਿਲਾ ਦਿੱਤਾ ਤੇ ਪਾਣੀ ਜੂਠਾ ਹੋ ਜਾਊਗਾ ਤੇ ਸਾਨੂੰ ਸੁੱਚਾ ਪਾਣੀ ਚਾਹੀਦਾ, ਅਸੀਂ ਠਾਕੁਰਾਂ ਦਾ ਇਸ਼ਨਾਨ ਕਰਾਉਣਾ ਹੈ ਸੁੱਚੇ ਪਾਣੀ ਦੇ ਨਾਲ। ਤੇ ਜੇ ਤੁਹਾਨੂੰ ਪਿਆਉਣ ਲੱਗੇ ਤੇ ਪਾਣੀ ਜੂਠਾ ਹੋ ਜਾਊਗਾ, ਕਿਉਂਕਿ ਜਿਹੜੀ ਝੂਠ ਹੈ ਅਤੇ ਝੂਠ ਹੈ, ਸ਼ਾਇਦ ਕਿਤੇ ਨਾ ਕਿਤੇ ਦੁਨੀਆਦਾਰੀ ਦੇ ਵਿੱਚ ਇਹ ਵੱਖਰਾਪਣ ਹੈ, ਪਰ ਜਿਹੜਾ ਆਧਾਰ ਗੁਰਬਾਣੀ ਅਤੇ ਇਤਿਹਾਸ ਰੱਖਦਾ ਹੈ, ਇਹ ਝੂਠ ਤੇ ਝੂਠ ਦਾ ਵੱਖਰਾਪਣ ਹੈ। ਕਬੀਰ ਸਾਹਿਬ ਜੀਆਂ ਦੇ ਤੇ ਐਲਾਨੀਆਂ ਸ਼ਬਦ ਹੈ ਗੁਰਬਾਣੀ ਦੇ ਵਿੱਚ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਇਹ ਲੰਮਾ ਚੌੜਾ ਸ਼ਬਦ ਹੈ, ਇੱਕ ਝੂਠ ਤੇ ਹੀ ਉਚਾਰਨ ਕੀਤਾ ਹੋਇਆ ਹੈ ਕਿ ਜੇ ਤੂੰ ਇਹ ਮੰਨਦਾ ਨਾ ਕਿ ਫਲਾਨੀ ਚੀਜ਼ ਨੂੰ ਤਾਂ ਕਿਸੇ ਨੇ ਹੱਥ ਲਾਤਾ, ਇਹ ਤੇ ਹੁਣ ਝੂਠੀ ਹੋ ਗਈ, ਫਿਰ ਝੂਠਾ ਇੱਥੇ ਸਭ ਕੁਛ ਹੀ ਹੈ। ਜਿਹਨੇ ਤੇਰੀ ਮਾਂ ਨੇ ਤੈਨੂੰ ਜਨਮ ਦਿੱਤਾ, ਤੇਰੇ ਬਾਪ ਵੀ ਝੂਠਾ, ਤੇਰੀ ਮਾਂ ਵੀ ਝੂਠੀ, ਝੂਠੇ ਹੀ ਫਲ ਲਾਗੇ। ਇਹ ਜਿਹੜਾ ਤੂੰ ਉਹਨਾਂ ਦੇ ਘਰ ਦੇ ਵਿੱਚ ਜਨਮਿਆ ਨਾ, ਤੂੰ ਵੀ ਝੂਠਾ ਹੀ ਜੰਮਿਆ ਹੋਇਆ ਹੈ। ਇਹ ਲੰਮਾ ਚੌੜਾ ਸ਼ਬਦ ਹੈ, ਮੈਂ ਇੱਧਰ ਨਹੀਂ ਜਾਵਾਂਗਾ। ਝੂਠ ਤੇ ਝੂਠ ਗੁਰਬਾਣੀ ਦੇ ਵਿੱਚ ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਦਰਜ ਕੀਤੀ ਹੈ। ਕਬੀਰ ਸਾਹਿਬ ਦਾ ਇਹ ਸ਼ਬਦ ਝੂਠ ਦੀ ਪ੍ਰਥਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਬਦ ਜਿਹੜੇ ਨੇ ਆਸਾ ਦੀ ਵਾਰ ਦੇ ਅੰਦਰ ਝੂਠ ਦੀ ਬੜੀ ਸੋਹਣੀ ਵਿਆਖਿਆ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਕੀਤੀ ਹੈ। ਅਕਸਰ ਬਹੁਤ ਸਾਰੀ ਦੁਨੀਆ ਝੂਠ ਅਤੇ ਝੂਠ ਤੋਂ ਬਿਲਕੁਲ ਅਣਜਾਣ ਹੈ। ਗੁਰਬਾਣੀ ਨੂੰ ਆਧਾਰ ਮੁੱਖ ਰੱਖ ਕੇ ਅਸੀਂ ਕਹਿ ਸਕਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਇਹ ਕਹਿੰਦੇ ਜੀ ਜੇ ਤੁਹਾਨੂੰ ਪਾਣੀ ਪਿਲਾਇਆ ਤੇ ਪਾਣੀ ਝੂਠਾ ਹੋ ਜਾਊਗਾ। ਇੰਜ ਕਹਿ ਕੇ ਤੇ ਦੋਨੇ ਪਤੀ ਪਤਨੀ ਲੰਘ ਗਏ। ਜਦ ਠਾਕੁਰਾਂ ਦਾ ਇਸ਼ਨਾਨ ਕਰਾਇਆ, ਇਹਨੂੰ ਜਾਂਦੇ ਜਾਂਦੇ ਉਹ ਸਿੰਘ ਨੇ ਵਚਨ ਕਰ ਦਿੱਤਾ, ਕਹਿੰਦੇ ਇੰਜ ਦਰਸ਼ਨ ਤੁਹਾਨੂੰ ਨਹੀਂ ਹੋਣੇ। ਉਸ ਦੇ ਬੋਲ ਪਰਮੇਸ਼ਰ ਦੇ ਬੋਲ ਸਨ। ਇਸ਼ਨਾਨ ਕਰਾਇਆ ਠਾਕੁਰਾਂ ਦਾ, ਜਦ ਸੁਰਤ ਲਾਉਣ ਲੱਗੇ, ਰਾਗ ਗਾਉਣ ਲੱਗੇ, ਅੱਜ ਰਾਗ ਦੇ ਵਿੱਚੋਂ ਉਹ ਰਸ ਨਹੀਂ ਆ ਰਿਹਾ ਤੇ ਵਾਰੀ ਵਾਰੀ ਉਹਦਾ ਸ਼ਬਦ ਚੇਤੇ ਆ ਰਿਹਾ ਸੀ ਉਸ ਸਿੰਘ ਦਾ ਕਿ ਕਿਹਾ ਸੀ ਕਿ ਇੰਜ ਦਰਸ਼ਨ ਨਹੀਂ ਹੋਣੇ, ਵਾਰੀ ਵਾਰੀ ਕਿਹਾ ਸੀ। ਪਾਣੀ ਲੈ ਕੇ ਠਾਕੁਰਾਂ ਦੇ ਕੋਲੋਂ ਵਾਪਸ ਮੁੜ ਗਏ ਨੇ। ਚਲੋ ਕਹਿੰਦੇ ਉਸ ਨੂੰ ਹੁਣ ਜਾ ਕੇ ਜਲ ਛਕਾ ਦਿੰਦੇ ਆ। ਇਹ ਸਾਰਾ ਜਿਹੜੀ ਅੱਜ ਵਿਰਤੀ ਨਹੀਂ ਲੱਗ ਰਹੀ, ਰਾਗ ਨਹੀਂ ਲਾਪਿਆ ਜਾ ਰਿਹਾ, ਇਹ ਸਭ ਕੁਛ ਉਸੇ ਦੀ ਉਹਨਾਂ ਦੇ ਵਚਨ ਸਦਕਾ ਹੋਇਆ। ਜਦ ਨੂੰ ਚਲੇ ਗਏ ਉੱਥੇ ਤੇ ਉਸ ਵਕਤ ਕੀ ਹੋਇਆ, ਜਾਂਦੇ ਹੋਏ ਨੂੰ ਜਿਹੜਾ ਉਹ ਸਿੰਘ ਸੀਗਾ ਉਹ ਸੱਚਖੰਡ ਪਿਆਨਾ ਕਰ ਗਿਆ, ਸੱਚਖੰਡ ਪਿਆਨਾ ਕਰ ਗਿਆ। ਉਸ ਤੋਂ ਬਾਅਦ ਇਹਨਾਂ ਨੇ ਪਤਾ ਕੀਤਾ ਕਿ ਇਹ ਸਿੰਘ ਕਿਸ ਦਾ ਹੈ ਤੇ ਇਹਨਾਂ ਨੂੰ ਪਤਾ ਲੱਗਿਆ ਦੋਨਾਂ ਪਤੀ ਪਤਨੀ ਨੂੰ ਕਿ ਇਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿੰਦੇ ਨੇ, ਉਹਨਾਂ ਦੇ ਚਰਨ ਸੇਵਕ ਸੀ ਤੇ ਇਹ ਅਨੰਦਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚਲੇ ਗਏ। ਜਦ ਇਹ ਦਰਸ਼ਨ ਕਰਨ ਵਾਸਤੇ ਚਲੇ ਗਏ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਸੰਗਤ ਦੇ ਵਿੱਚੋਂ ਉੱਠ ਕੇ ਚਲੇ ਗਏ, ਕਿਉਂਕਿ ਇੱਕ ਸਿੰਘ ਦਾ ਵਚਨ ਸੀਗਾ ਕਿ ਇੰਜ ਦਰਸ਼ਨ ਤੁਹਾਨੂੰ ਨਹੀਂ ਹੋਣੇ। ਮਹਾਰਾਜ ਨੇ ਦਰਸ਼ਨ ਨਾ ਦਿੱਤੇ। ਜਦ ਦਰਸ਼ਨ ਨਾ ਦਿੱਤੇ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤੇ ਅੰਤਰਜਾਮੀ ਨੇ। ਗੁਰੂ ਸਾਹਿਬ ਜੀ ਮਹਾਰਾਜ ਇਸ ਧਰਤ ਦੇ ਏਰੀਏ ਦੇ ਵਿੱਚ ਗੇੜਾ ਵੀ ਮਾਰਦੇ ਨੇ ਤੇ ਇਹ ਰਸਤੇ ਦੇ ਵਿੱਚ ਵੀ ਖੜੇ ਸਨ ਕਿ ਜਦ ਗੁਰੂ ਸਾਹਿਬ ਜੀ ਮਹਾਰਾਜ ਲੰਘਣਗੇ ਤੇ ਇੱਥੋਂ ਦਰਸ਼ਨ ਕਰ ਲਾਂਗੇ, ਪਰ ਸਾਰੀ ਸੰਗਤ ਲੰਘ ਗਈ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਉਹ ਰਸਤੇ ਬਦਲ ਦਿੱਤਾ ਸੀ, ਆਪ ਨਹੀਂ ਲੰਘੇ ਸੀ ਮਹਾਰਾਜ। ਅਨੰਦਪੁਰ ਸਾਹਿਬ ਸੰਗਤ ਦੇ ਵਿੱਚ ਚਲੇ ਗਏ, ਉੱਥੇ ਫਿਰ ਮਹਾਰਾਜ ਜੀ ਇਹਨਾਂ ਨੂੰ ਦਰਸ਼ਨ ਨਹੀਂ ਦੇ ਰਹੇ। ਤੋ ਇਹਨਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਬਿਲਕੁਲ ਜਿਹੜੇ ਨੇ ਅੰਤਰਜਾਮੀ ਨੇ ਤੇ ਇਹਨਾਂ ਦੇ ਵਿੱਚ ਇੱਕ ਸ਼ੌਂਕ ਸੀ ਰਾਗ ਗਾਉਣਾ ਤੇ ਨਾਲ ਨਾਲ ਜਿਹੜੇ ਸੀ ਫੁੱਲ ਲਗਾਉਣੇ।
ਜਦ ਇਹਨਾਂ ਦਾ ਇਹ ਸ਼ੌਂਕ ਸੀ ਜਿਹੜਾ, ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇੱਕ ਮਾਲੀ ਰੱਖਿਆ ਹੋਇਆ ਸੀ। ਮਾਲੀ ਦਾ ਨਾਮ ਸੀ ਭਾਈ ਕੇਸਰਾ। ਭਾਈ ਕੇਸਰੇ ਨੂੰ ਇਹ ਮਿਲੇ ਤੇ ਕਿ ਭਾਈ ਕੇਸਰੇ ਦੇ ਕੋਲ ਰਹਿਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ। ਉੱਥੇ ਹੀ ਇਹਨਾਂ ਨੇ ਸੀ ਜਿਹੜੀ ਉਹ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਥੋੜ੍ਹਾ ਸਮਾਂ ਬਤੀਤ ਹੋਇਆ, ਭਾਈ ਕੇਸਰੇ ਨੂੰ ਦੱਸਿਆ ਇਹਨਾਂ ਦੋਨਾਂ ਨੇ, ਕਹਿੰਦੇ ਅਸੀਂ ਸਿੰਘ ਨੇ ਸਾਨੂੰ ਬਚਨ ਕੀਤੇ ਨੇ ਕਿ ਇੰਝ ਦਰਸ਼ਨ ਨਹੀਂ ਹੋਣੇ, ਤੇ ਅਸੀਂ ਗੁਰੂ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਾਂ, ਮਹਾਰਾਜ ਸਾਨੂੰ ਦਰਸ਼ਨ ਦਿੰਦੇ ਹੀ ਨਹੀਂ। ਮਹਾਰਾਜ ਤੇ ਸਾਨੂੰ ਦਰਸ਼ਨ ਨਹੀਂ ਦੇ ਰਹੇ। ਭਾਈ ਕੇਸਰਾ ਸਿੰਘ ਕਹਿਣ ਲੱਗੇ ਕੋਈ ਗੱਲ ਨਹੀਂ, ਅਕਾਲ ਪੁਰਖ ਮਹਾਰਾਜ ਜੀ ਆਪ ਕਿਰਪਾ ਕਰਨਗੇ। ਭਾਈ ਕੇਸਰਾ ਜੀ ਮਾਤਾ ਜੀਤਾਂ ਦੀ ਜਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਮ੍ਰਿਤ ਵੇਲੇ ਮਿਲਦੇ ਸੀ, ਫੁੱਲਾਂ ਦਾ ਹਾਰ ਲੈ ਕੇ ਜਾਂਦੇ ਹੁੰਦੇ ਸੀ। ਤੇ ਉਹ ਫੁੱਲਾਂ ਦੇ ਹਾਰ ਦੇ ਮਾਤਾ ਜੀਤਾਂ ਨੇ ਵੀ ਪੁੱਛਿਆ ਕੇਸਰੇ ਨੂੰ, ਭਾਈ ਕੇਸਰਾ ਤਾਂ ਫੁੱਲ ਬੜੇ ਸੁਗੰਧੀਦਾਰ ਨੇ। ਤੇ ਭਾਈ ਕੇਸਰੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਪੁੱਛਦੇ ਨੇ, ਭਾਈ ਕੇਸਰਾ ਫੁੱਲ ਬੜੇ ਉਗਾਏ ਹੋਏ ਨੇ। ਕਹਿੰਦੇ ਜੀ ਇਹ ਭਾਈ ਕੇਸਰੇ ਦੇ ਉਗਾਏ ਹੋਏ ਨਹੀਂ, ਇਹ ਤੇ ਸੋਹਣਾ ਤੇ ਮੋਹਣਾ ਆਏ ਹੋਏ ਨੇ, ਦੋ ਪਤੀ ਪਤਨੀ, ਇਹ ਉਹਨਾਂ ਦੇ ਉਗਾਏ ਹੋਏ ਫੁੱਲ ਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਭਾਈ ਕੇਸਰਾ ਜੀ ਉਹਨਾਂ ਨੂੰ ਜਾ ਕੇ ਕਹਿ ਦੀ ਕਿ ਇੰਝ ਦਰਸ਼ਨ ਨਹੀਂ ਹੋਣੇ, ਇੰਝ ਦਰਸ਼ਨ ਨਹੀਂ ਹੋਣੇ। ਤੇ ਭਾਈ ਕੇਸਰੇ ਨੇ ਜਾ ਕੇ ਦੱਸ ਦਿੱਤਾ ਕਿ ਸੋਹਣਾ ਮੋਹਣਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਕਿ ਇੰਝ ਦਰਸ਼ਨ ਨਹੀਂ ਹੋਣੇ। ਜਦ ਇਹ ਸੁਨੇਹਾ ਲਾਇਆ ਤੇ ਉੱਥੇ ਇਹਨਾਂ ਨੇ ਫਿਰ ਸੋਹਣਾ ਤੇ ਮੋਹਣਾ ਨੇ ਜਾ ਕੇ ਭਾਈ ਕੇਸਰੇ ਨੇ ਮਾਤਾ ਜੀਤਾਂ ਨੂੰ ਵੀ ਦੱਸਿਆ। ਮਾਤਾ ਜੀਤਾਂ ਜੀਆਂ ਨੇ ਜਦ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ, ਉਹਨਾਂ ਦੇ ਨਾਲ ਗੱਲ ਕੀਤੀ ਤੇ ਉੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹੋ ਵਚਨ ਕੀਤਾ ਕਿ ਇੰਝ ਦਰਸ਼ਨ ਨਹੀਂ ਹੋਣੇ। ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੁਟੈ ਮੋਹੇ, ਏਕ ਸਮੈ ਮੋਹ ਕੋ ਗਹਿ ਬਾਂਧੈ ਤਉ ਫਣ ਮੋਹ ਪੈ ਜਵਾਬ ਨਾ ਹੋਏ। ਸਿੰਘ ਦੇ ਵਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਟਾਲ ਸਕਦੇ। ਹਾਂ, ਜਿਹੜੇ ਸਾਡੇ ਬੱਝੇ ਹੋਏ ਨੇ ਅਕਾਲ ਪੁਰਖ ਮਹਾਰਾਜ ਜੀ ਕਹਿੰਦੇ ਉਹਨੂੰ ਸਾਡੇ ਭਗਤ ਛਡਾ ਸਕਦੇ ਨੇ, ਪਰ ਜਿਹੜੇ ਭਗਤਾਂ ਦੇ ਬੰਨੇ ਹੋਏ ਨੇ ਉਹਨਾਂ ਨੂੰ ਅਸੀਂ ਨਹੀਂ ਛਡਾ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਜਦ ਇਹ ਵਚਨ ਕਰ ਦਿੱਤਾ ਤੇ ਫਿਰ ਇਹਨਾਂ ਨੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਅਵਤਾਰ ਦਿਹਾੜੇ ਦੇ ਸੰਬੰਧ ਦੇ ਵਿੱਚ ਬਹੁਤ ਵਧੀਆ ਜਿਹੜੇ ਫੁੱਲ ਸੀਗੇ ਉਹ ਉਗਾਏ, ਜਿਹਨੂੰ ਗੁਲਦਾਦੀ ਦੇ ਫੁੱਲ ਕਹੇ ਜਾਂਦੇ ਸਨ। ਉਹਨਾਂ ਨੂੰ ਸੀਸਿਆਂ ਦੇ ਵਿੱਚ ਇਹਨਾਂ ਨੇ ਪੈਕ ਕਰਕੇ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਫੁੱਲਾਂ ਦੀ ਜਿਹੜੀ ਸੀ ਰਾਖੀ ਕਰਦੇ। ਤੇ ਉਹ ਫੁੱਲਾਂ ਨੂੰ ਲੈਣ ਵਾਸਤੇ ਉਹਨਾਂ ਦੇ ਕੋਲ ਕੋਈ ਆ ਗਿਆ, ਭਾਈ ਰੋਡਾ ਜਲਾਲੀ। ਰੋਡਾ ਜਲਾਲੀ ਉਹ ਕਹਿਣ ਲੱਗਿਆ ਜੀ ਮੈਂ ਫੁੱਲ ਲੈ ਕੇ ਜਾਣੇ ਨੇ ਤੇ ਇਹ ਫੁੱਲ ਤੁਸੀਂ ਦੇ ਦਿਓ। ਸੋਹਣਾ ਤੇ ਮੋਹਣਾ ਕਹਿਣ ਲੱਗੇ ਰੋਡੇ ਜਲਾਲੀ, ਕਹਿੰਦੇ ਇਹ ਜਿਹੜੇ ਫੁੱਲ ਨੇ ਨਾ, ਇਹ ਅਸੀਂ ਸਿਰਫ ਇਹਨਾਂ ਫੁੱਲਾਂ ਦੀ ਸੇਵਾ ਕਰਦੇ ਹਾਂ, ਇਹਨਾਂ ਦੇ ਅਸਲੀ ਮਾਲਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਅਸੀਂ ਇਹ ਫੁੱਲ ਨਹੀਂ ਦੇ ਸਕਦੇ। ਅਸਲੀ ਮਾਲਕ ਤੇ ਇਹਨਾਂ ਦੇ ਉਹ ਨੇ। ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਰੀ-ਵਾਰੀ ਕਹਿ ਰਹੇ ਸੀ ਕਿ ਇੰਝ ਦਰਸ਼ਨ ਨਹੀਂ ਹੋਣੇ, ਪਰ ਫਿਰ ਵੀ ਜਿਹੜੀ ਨਿਰੰਤਰ ਸੀ ਉਹ ਸੇਵਾ ਉਹਨਾਂ ਨੇ ਜਾਰੀ ਰੱਖੀ। ਉਹ ਨਿਰੰਤਰ ਜਦ ਸੇਵਾ ਜਾਰੀ ਰੱਖੀ, ਇਹਨੇ ਜਿਹੜਾ ਰੋਡਾ ਜਲਾਲੀ ਆਇਆ ਸੀ, ਇਹਨੇ ਕੀ ਕੀਤਾ, ਜਦ ਫੁੱਲ ਇਹਨਾਂ ਨੇ ਨਾ ਦਿੱਤੇ ਤੇ ਰਾਤ ਨੂੰ ਗਿਆ, ਰਾਤ ਨੂੰ ਇਹਨੇ ਸਾਰੇ ਸੀਸੇ ਭੰਨ ਕੇ ਉਹਦੇ ਵਿੱਚੋਂ ਫੁੱਲ ਕੱਢ ਕੇ ਲਿਆਂਦੇ, ਕਿਉਂਕਿ ਇਹ ਰੋਡਾ ਜਲਾਲੀ ਸੀ ਜਿਹੜਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਲੈਣੀ ਚਾਹੁੰਦਾ ਸੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਉਸੇ ਨੂੰ ਮਿਲ ਸਕਦੀ ਹੈ ਜਿਹੜਾ ਪਿੱਛੇ ਕਿਸੇ ਨੂੰ ਦੁਖੀ ਕਰਕੇ ਨਾ ਆਇਆ ਹੋਵੇ। ਜਿਹਨੇ ਪਿੱਛੇ ਕਿਸੇ ਨੂੰ ਦੁਖੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਖੁਸ਼ੀ ਲੈਣਾ, ਕੋਈ ਮੱਤ ਭੁਲੇਖੇ ਦੇ ਵਿੱਚ ਰਹਿ ਜਾਣਾ। ਆਪਾਂ ਕੱਲੀਆਂ ਕੇਵਲ ਸਾਖੀਆਂ ਨਹੀਂ ਸੁਣਨੀਆਂ, ਸਾਖੀਆਂ ਸੁਣਨ ਵਾਸਤੇ ਇਤਿਹਾਸ ਪਿਆ
किसी भी धार्मिक स्थान तो इतिहास खरीद लो, घर दे विच एक घंटा बैठ के पढ़ो, साखियां सारियां दा पता लग जाता है। पर उन्हां दा कोई निचोड़ भी हुंदा है। निचोड़ फसल बीजी है, उहदी सेवा कीती है, उहदा कोई झाड़ भी होवेगा। जे झाड़ ही नहीं तो फसल की सेवा करन दा की लाभ होएगा? जे झाड़ ही कोई नहीं है तो साखी सुनने का लाभ की है? उहदा कोई झाड़ हुंदा है। गुरु गोबिंद सिंह महाराज का रोडा जलाली फुल लै गया। फुल भी बड़े सुगंधीदार, गुलदादी के फुल बड़े सुंदर सोहने ते सुगंधीदार। कहंदा महाराज मैं तुहानू ये फुल अर्पण करदा। कहंदे रोडे जलाली अज तो बड़ा खुश होया। कहंदे महाराज मैं तुहाडे वास्ते गुलदादी के फुल लैके आया ताकि तुहाडी खुशी मैनू मिल जाए। महाराज है तो मैं घरों नंग, पर मैं अपनी मर्यादा रखी है कि फुल तुहाडे वास्ते लैके आवां। गुरु गोबिंद सिंह जी महाराज कहंदे तो फिर नंग की ते मर्यादा की? इतिहास दे विच ते इंज लिखिआ है, नंग की ते मर्यादा की। पर रोडे जलाली सानू तो लगदा नहीं कि तू नंग होएगा। पहली तो खुशी लैनी है गुरु गोबिंद सिंह महाराज की, पर पिछे किसी को दुखी करके गया है। दूजा, जदों गुरु गोबिंद सिंह महाराज ने कहा ना मैं तो महाराज नंग हाँ, बिल्कुल भिखारी हाँ, तो मैं तुहाडी खुशी लैण वास्ते गुलदादी के फुल लैके आया। गुरु गोबिंद सिंह महाराज कहन लगे रोडा जलाली तो नंग नहीं है। क्योंकि अक्सर मनुख की अवस्था जिहड़ी है धार्मिक विषय ते जाके ये बिल्कुल नंग हो जाता है। धार्मिक विषय ते जाके जब धर्म का कोई काम करना होवे ना, फिर कहते जी कित्थे बड़े खर्चे वध गए, बिल्कुल भी कोई बचत नहीं हो रही, नहीं हो रहा। देखी दा अक्सर विआह शादियां दे विच जे किते रागी नूं देने पै जाण ना 1100 रुपया, बंदा 15 बनी कहंदा भी किते 1200 ना वग जी। ते जदों जदों करनियां होणियां नचण वालियां उदों कहणगे तूं लाख रुपये की थां 1.25 लाख रुपया पर वट कढ़ दी, 1.25 लाख लै ली। ये धार्मिक बंदियां दीयां गल्लां करदे पए आ जिहड़े असीं धार्मिक हां, दूसरिਆਂ ਦੀ गल नहीं करते। धर्म के पक्षों मनुख हमेशा ही इंज रहिंदा, ये अमीर हुंदा ही नहीं, कदे अमीर नहीं हुंदा। खैर रोडे जलाली ने गुरु गोबिंद सिंह महाराज ने इशारा किया, एक सिंह नूं वो सिंह उठ्या ते रोडे जलाली की जिहड़े सिर ते टोपी लई सी ना, टोपी लाती। वो सिंह ने उठ के टोपी लाती। जदों टोपी लाही तो 5-7 सिउणे दीयां मोहरां सी जिहड़ियां रोडे जलाली दे सिर तो डिग पईआं। गुरु गोबिंद सिंह महाराज कहन लगे रोडे तेरे वर्गे नंग होंदे ने, तू तो अपने आप नूं बाला गरीब आखी जांदा सी, पर तू तो अमीर बड़ा है। रोडे जलाली नूं गुरु गोबिंद सिंह जी महाराज कहन लगे एक तो तू आके झूठ मारे है कि मैं नंग हाँ, दूजा जेड़े गुलदादी दे फुल लेके आया ना बड़े सुंदर फुल ने, बड़े ये सुगंधीदार ने, सोहने भी ने, पर रोडे जलाली ये तो फुल नहीं लेके आया, 2 दिल तोड़ के आए हैं। इन्ना बदले तेनू गुरु गोबिंद सिंह की खुशी नहीं मिलने लगी, 2 दिल तोड़े ने। महाराज मैं दिल कदों तोड़े ने? गुरु गोबिंद सिंह महाराज कहन लगे सानू पता है कि किहड़े 2 दिल तोड़ के आए हैं। इधरों जब अमृत वेला होया ना, सोना ते मोना दोने पति पत्नी उठे ते फुल देखे शीशे टुटे पे, इन्हां दे सचमुच दिल टुट गए कि हुण माता जी तुहानूं की जवाब देवांगे, फुल कित्थों लेके जाणगे। सचमुच दिल टुट गए। ते इहो जे दिल टुटे सोना ते मोहना दे, जिथे शीशे टुटे पे सी दोने पत्नी पत्नी उत्थे ही डिग पे, पति पत्नी नहीं उठ्या गया। एडा दिल टुटिया, दोने पति पत्नी उत्थे ही डिग पे, इन्हां तो हुण उठ्या नहीं जा रहा।
ਦੋਨੇ ਪਤਨੀ ਪਤਨੀ ਪਤੀ ਪਤਨੀ ਤੜਫਦੇ ਨੇ, ਬਗੀਚੇ ਵਿੱਚ ਪਏ ਤੜਫੀ ਜਾਂਦੇ ਨੇ। ਰੋਡਾ ਜਲਾਲੀ ਇਹਨਾਂ ਦੇ ਫੁੱਲ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੁਸ਼ੀ ਪ੍ਰਾਪਤ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਰੋਡੇ ਜਲਾਲੀ ਹੁਣ ਤੂੰ ਚਲਿਆ ਜਾ, ਤੂੰ ਦੋ ਦਿਲ ਤੋੜ ਕੇ ਆਇਆ ਤੇ ਤੈਨੂੰ ਕਿਸੇ ਦੇ ਦਿਲ ਤੋੜਿਆ ਇਸ ਜਗ੍ਹਾ ਤੋਂ ਤੈਨੂੰ ਖੁਸ਼ੀ ਨਹੀਂ ਮਿਲਣ ਲੱਗੀ। ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਸਿੰਘਾਸਨ ਛੱਡ ਕੇ ਉਸ ਬਗੀਚੀ ਵੱਲ ਧਰਤ ਆਨੰਦਪੁਰ ਦੀ, ਜਿੱਥੇ ਸ਼ਹੀਦੀ ਬਾਗ ਹੈ, ਧਰਤ ਆਨੰਦਪੁਰ ਦੇ ਸ਼ਹੀਦੀ ਬਾਗ ਦੇ ਵੱਲ ਭੱਜੇ ਨੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਸਿੰਘਾਸਨ ਛੱਡ ਕੇ ਭੱਜੇ ਨੇ ਤੇ ਮਗਰ ਦੀ ਮਗਰ ਸਾਰੀਆਂ ਸੰਗਤਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਾ ਰਹੀਆਂ ਨੇ। ਇੱਕ ਤਾਂ ਹੁੰਦਾ ਸਾਰਾ ਕੁਝ ਛੱਡ ਕੇ ਅਸੀਂ ਗੁਰੂ ਕੋਲ ਜਾਣਾ, ਇੱਕ ਹੁੰਦਾ ਸਾਰਾ ਕੁਝ ਗੁਰੂ ਨੇ ਛੱਡ ਕੇ ਸਾਡੇ ਕੋਲ ਆਉਣਾ। ਫਰਕ ਬਹੁਤ ਹੈ ਇਸ ਗੱਲ ਦਾ। ਇੱਕ ਤੇ ਸਾਰਾ ਕੁਝ ਅਸੀਂ ਛੱਡ ਕੇ ਗੁਰੂ ਕੋਲ ਜਾਣਾ, ਇੱਕ ਸਾਰਾ ਕੁਝ ਗੁਰੂ ਨੇ ਛੱਡ ਕੇ ਸਾਡੇ ਕੋਲ ਆਉਣਾ। ਇਸ ਚੀਜ਼ 'ਚ ਫਰਕ ਹੈ। ਸਾਰਾ ਕੁਝ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀਆਂ ਸੰਗਤਾਂ ਮਗਰ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਨੇ, ਭੱਜੇ ਆਉਂਦੇ ਨੇ ਮਹਾਰਾਜ ਸ਼ਹੀਦੀ ਬਾਗ ਦੇ ਵਿੱਚ। ਉਸ ਜਗ੍ਹਾ ਤੇ ਆ ਗਏ ਜਿੱਥੇ ਸੋਹਣਾ ਤੇ ਮੋਹਣਾ ਪਤੀ ਪਤਨੀ ਬੇਹੋਸ਼ ਦੀ ਹਾਲਾਤ ਦੇ ਵਿੱਚ ਡਿੱਗੇ ਪਏ ਸੀ। ਟੁੱਟੇ ਹੋਏ ਸੀਸੇ, ਟੁੱਟੇ ਹੋਏ ਦੋ ਦਿਲ ਬਾਗ ਵਿੱਚ ਡਿੱਗੇ ਹੋਏ ਨੇ। ਸੋਹਣਾ ਮੋਹਣਾ, ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਆਏ ਤੇ ਦੋਨਾਂ ਦੇ ਸਿਰ ਸੀ ਜਿਹੜੇ ਚੁੱਕ ਕੇ ਮਹਾਰਾਜ ਨੇ ਆਪਣੀ ਬੁੱਕਲ ਦੇ ਵਿੱਚ ਰੱਖ ਲਏ। ਤੜਫ ਰਹੇ ਸੀ, ਇਸੇ ਲਈ ਤੜਫ ਰਹੇ ਸੀ ਕਿ ਹੁਣ ਮਾਤਾ ਜੀਤਾ ਨੂੰ ਫੁੱਲਾਂ ਦਾ ਹਾਰ ਕਿਹੜਾ ਬਣਾ ਕੇ ਦੇਵਾਂਗੇ, ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਲ ਵਿੱਚ ਕੀ ਪਾਉਣਗੇ। ਅੱਜ ਗੁਰੂ ਸਾਹਿਬ ਜੀ ਮਹਾਰਾਜ ਨੂੰ ਫੁੱਲ ਜਿਹੜੇ ਨੇ ਉਹ ਭੇਟ ਨਹੀਂ ਕੀਤੇ ਜਾਣੇ। ਅੱਜ ਸੇਵਾ ਨਹੀਂ ਹੋਣੀ, ਤੇ ਜੇ ਅੱਜ ਸੇਵਾ ਨਹੀਂ ਹੋਣੀ ਤਾਂ ਇਹ ਜਿੰਦੜੀ ਕਿਹੜੇ ਕੰਮ ਦੀ ਹੈ, ਕੀ ਕਰਾਉਣਾ ਇਸ ਤੋਂ। ਇਤਨੀ ਯਾਦ ਦੇ ਵਿੱਚ ਤੜਫੇ, ਇਤਨੇ ਤੜਫੇ ਕਿ ਉਹਨਾਂ ਦੇ ਨੇਤਰਾਂ ਰਾਹੀਂ ਜਿੰਨੇ ਉਹਨਾਂ ਦੇ ਅੰਦਰ ਦੀ ਮੈਲ ਸੀ ਸਭ ਦੀ ਸਭ ਧੋਤੀ ਗਈ। ਭਾਵੇਂ ਅਮੀਰ ਘਰਾਣੇ ਦੇ ਵਿੱਚ ਪੈਦਾ ਹੋਏ ਸੀ, ਵੱਡੇ ਵੱਡੇ ਰਾਗ ਗਾਉਂਦੇ ਸਨ, ਪਰਮਾਤਮਾ ਦੇ ਗੀਤ ਗਾਉਂਦੇ ਸਨ। ਸੰਗਤ ਨੂੰ ਦਿਖਾਇਆ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ, ਕਹਿਣ ਲੱਗੇ ਭਾਈ ਜਿਹੜਾ ਉਹ ਫੁੱਲ ਲੈ ਕੇ ਗਿਆ ਸੀ ਨਾ ਗੁਲਦਾਦੀ ਦੇ ਸੁਗੰਧੇਦਾਰ, ਇਹਨਾਂ ਸੀਸਿਆਂ ਨੂੰ ਤੋੜ ਕੇ ਇਹਨਾਂ ਸੀਸਿਆਂ ਦੇ ਵਿੱਚੋਂ ਫੁੱਲ ਕੱਢ ਕੇ ਲੈ ਕੇ ਗਿਆ ਸੀ, ਤੇ ਇਹਨਾਂ ਦੋਨਾਂ ਪਤੀ ਤੇ ਪਤਨੀ ਦੇ, ਇਹਨਾਂ ਦੇ ਦੋਨਾਂ ਦੇ ਦਿਲ ਤੋੜ ਕੇ ਗਿਆ ਸੀ। ਜਦ ਸੋਹਣਾ ਤੇ ਮੋਹਣਾ ਕਹਿਣ ਲੱਗੇ ਮਹਾਰਾਜ, ਹੱਥ ਲਾਇਆ ਤੇ ਉਹਨਾਂ ਨੂੰ ਥੋੜੀ ਸੁਰਤ ਆਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਲ ਦੇ ਛਿੱਟੇ ਮਾਰੇ ਨੇ, ਜਲ ਦੇ ਛਿੱਟੇ ਮਾਰੇ ਨੇ ਉਹਨਾਂ ਦੇ, ਤੇ ਉਹਨਾਂ ਨੂੰ ਹੋਸ਼ ਆਈ। ਕਹਿਣ ਲੱਗੇ ਆਪ ਕੌਣ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਐ ਸੋਹਣਾ ਤੇ ਮੋਹਣਾ, ਭਾਵੇਂ ਪਹਿਲਾਂ ਤੁਹਾਡੇ ਨਾਲ ਵਚਨ ਕੀਤੇ ਸਨ ਕਿ ਇੰਜ ਦਰਸ਼ਨ ਨਹੀਂ ਹੋਣੇ, ਪਰ ਅੱਜ ਤੁਹਾਡੇ ਨਾਲ ਵਚਨ ਕਰਦੇ ਹਾਂ ਕਿ ਇੰਜ ਹੀ ਦਰਸ਼ਨ ਹੋਣਗੇ, ਹੋਰ ਕੋਈ ਤਰੀਕਾ ਨਹੀਂ ਹੈ। ਬੋਲੋ ਸਤਨਾਮ। ਦਰਸ਼ਨ ਇੰਜ ਹੀ ਹੋਣਗੇ, ਹੋਰ ਕੋਈ ਤਰੀਕਾ ਨਹੀਂ ਹੈ। ਪਹਿਲੇ ਵਚਨ ਸਿੰਘ ਦੇ ਸਨ ਕਿ ਇੰਜ ਦਰਸ਼ਨ ਨਹੀਂ ਹੋਣੇ। ਕਿਵੇਂ ਨਹੀਂ ਹੋਣੇ? ਕਿ ਜੇ ਕਿਸੇ ਤੜਫਦੇ ਨੂੰ ਛੱਡ ਕੇ ਕਿਸੇ ਠਾਕੁਰ ਦੀ ਪੂਜਾ ਕੀਤੀ, ਇੰਜ ਦਰਸ਼ਨ ਨਹੀਂ ਹੋਣੇ। ਅੱਜ ਵਚਨ ਕਰਦੇ ਆ ਕਿ ਇੰਜ ਹੀ ਦਰਸ਼ਨ ਹੋਣਗੇ, ਇੰਜ ਹੀ ਹੋਣਗੇ। ਜਿਵੇਂ ਅੱਜ ਤੁਸੀਂ ਗੁਰੂ ਦੀ ਯਾਦ ਦੇ ਵਿੱਚ ਤੜਫੇ ਹੋ, ਅੱਜ ਤੁਹਾਡੇ ਅੰਦਰ ਦੀ ਸਾਰੀ ਮੈਲ ਨਿਕਲ ਗਈ ਹੈ, ਸੋਹਣਾ ਮੋਹਣਾ, ਇੰਜ ਹੀ ਦਰਸ਼ਨ ਹੋਣਗੇ। ਉਸ ਦਿਨ ਵਚਨ ਸੀ ਇੰਜ ਦਰਸ਼ਨ ਨਹੀਂ ਹੋਣੇ। ਕਿਵੇਂ ਨਹੀਂ ਹੋਣੇ? ਜੇ ਕਿਸੇ ਨੂੰ ਤੜਫਦੇ ਹੋਏ ਨੂੰ ਛੱਡਿਆ ਤੇ, ਜੇ ਕਿਸੇ ਨੂੰ ਤੜਫਾ ਕੇ ਕਿਸੇ ਪਰਮੇਸ਼ਰ ਦੀ ਪੂਜਾ ਕੀਤੀ, ਇੰਜ ਦਰਸ਼ਨ ਨਹੀਂ ਹੋਣੇ। ਗੱਲ ਨੋਟ ਕਰਨ ਵਾਲੀ ਹੈ, ਦੋ ਹੀ ਗੱਲਾਂ ਇਹ ਸਾਖੀ ਦੇ ਵਿੱਚ ਨੇ।
ਇੰਜ ਦਰਸ਼ਨ ਨਹੀਂ ਹੋਣੇ। ਇੰਜ ਹੀ ਦਰਸ਼ਨ ਹੋਣਗੇ। ਅੱਜ ਉਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਚਨ ਕਰ ਰਹੇ ਨੇ ਕਿ ਐ ਸੋਹਣਾ ਮਹੀਨਾ ਜਦੋਂ ਆਪਣੇ ਗੁਰੂ ਦੀ ਯਾਦ ਦੇ ਵਿੱਚ ਤੜਫਦੇ ਹਾਂ, ਸਾਰੀ ਦੀ ਸਾਰੀ ਹਿਰਦੇ ਦੀ ਮੈਲ ਧੋਤੀ ਜਾਂਦੀ ਹੈ, ਕਣ ਕਣ ਦੇ ਵਿੱਚੋਂ ਰੱਬ ਦਾ ਰੂਪ ਨਜ਼ਰ ਆਉਂਦਾ ਹੈ। ਅੱਜ ਤੁਸੀਂ ਸਾਨੂੰ ਇੰਜ ਪਿਆਰ ਕੀਤਾ ਹੈ, ਫੁੱਲ ਸਾਡੇ ਵਾਸਤੇ ਤਿਆਰ ਕਰਕੇ ਭੇਜਦੇ ਹੋ, ਹੁਣ ਦਰਸ਼ਨ ਇੰਜ ਹੀ ਹੋਣਗੇ, ਹੁਣ ਦਰਸ਼ਨ ਇੰਜ ਹੀ ਹੋਣੇ ਨੇ। ਤੇ ਸੋਹਣਾ ਤੇ ਮੋਹਨਾ ਨੂੰ ਜਦ ਪੂਰੇ ਸੁਰਤ ਆਈ ਮਹਾਰਾਜ, ਇੰਜ ਹੀ ਦਰਸ਼ਨ ਹੋਣੇ ਨੇ, ਕਹਿੰਦੇ ਹਾਂ ਹੁਣ ਦਰਸ਼ਨ ਹੋਣਗੇ। ਤੇ ਸੋਹਣਾ ਤੇ ਮੋਹਨਾ ਨੂੰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਆ। ਬਖਸ਼ ਕੇ ਕਹਿਣ ਲੱਗੇ ਮਹਾਰਾਜ ਤੁਹਾਡੇ ਦਰਸ਼ਨ ਦੀਦਾਰੇ ਨਿਰੰਤਰ ਹੁੰਦੇ ਰਹਿਣ। ਸੋਹਣਾ ਤੇ ਮੋਹਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਤੁਹਾਨੂੰ ਦਰਸ਼ਨ ਦੀਦਾਰੇ ਇੰਜ ਹੀ ਹੁੰਦੇ ਰਹਿਣਗੇ, ਪਰ ਜਿਹੜਾ ਕਰਮ ਤੁਸੀਂ ਹੁਣ ਕੀਤਾ ਨਾ, ਇਹ ਕਰਮ ਤੁਸੀਂ ਕਰਦੇ ਰਹੋ। ਕੀ ਕਰਮ ਕੀਤਾ ਸੀ? ਕਿਸੇ ਨੂੰ ਦੁੱਖ ਦਿੱਤੇ ਤੋਂ ਬਿਨਾ ਉਹਨਾਂ ਨੇ ਫੁੱਲ ਤਿਆਰ ਕੀਤੇ ਸੀ, ਇਹ ਕਰਮ ਕੀਤਾ ਸੀ। ਤੇ ਪਹਿਲਾਂ ਕਿਸੇ ਤੜਫਦੇ ਨੂੰ ਛੱਡ ਕੇ ਉਹਨਾਂ ਨੇ ਠਾਕੁਰਾਂ ਦੀ ਪੂਜਾ ਕੀਤੀ ਸੀ। ਅੱਜ ਕਿਸੇ ਨੂੰ ਦੁੱਖ ਨਹੀਂ ਦਿੱਤਾ, ਕਿਸੇ ਨੂੰ ਤੜਫਾਇਆ ਨਹੀਂ ਹੈ, ਕਿਸੇ ਨੂੰ ਰੁਲਾਇਆ ਨਹੀਂ ਹੈ। ਅੱਜ ਉਹਨਾਂ ਨੇ ਬਗੀਚੇ ਵਿੱਚ ਫੁੱਲ ਤਿਆਰ ਕੀਤੇ। ਜਦੋਂ ਤੇ ਕਿਸੇ ਨੂੰ ਤੜਫਦੇ ਨੂੰ ਛੱਡ ਕੇ ਠਾਕੁਰਾਂ ਦੀ ਪੂਜਾ ਕੀਤੀ, ਉਦੋਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੰਜ ਦਰਸ਼ਨ ਨਹੀਂ ਹੋਣੇ। ਪਰ ਅੱਜ ਫੁੱਲ ਕਿਸੇ ਨੂੰ ਦੁਖਾਇਆ ਨਹੀਂ, ਕਿਸੇ ਦਾ ਦਿਲ ਨਹੀਂ ਦੁਖਾਇਆ, ਕਿਸੇ ਨੂੰ ਰੁਲਾਇਆ ਨਹੀਂ, ਕਿਸੇ ਨੂੰ ਤੜਫਾਇਆ ਨਹੀਂ, ਸਿਰਫ ਇਕੱਲੇ ਫੁੱਲ ਤਿਆਰ ਵਾਕਿਆ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਭੇਜਦੇ ਨੇ। ਪਰ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਾ ਸਿੰਘਾਸਨ ਛੱਡਿਆ, ਸਾਰੀਆਂ ਸੰਗਤਾਂ ਸਮੇਤ ਸੋਹਣਾ ਤੇ ਮੋਹਨਾ ਨੂੰ ਆਪ ਖੁਦ ਮਿਲਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਏ ਨੇ। ਇੰਜ ਦਰਸ਼ਨ ਨਹੀਂ ਹੋਣੇ, ਇੰਜ ਹੀ ਦਰਸ਼ਨ ਹੋਣੇ ਨੇ। ਇਹਦੇ ਵਿੱਚ ਦੋ ਕਹਾਵਤਾਂ ਨੇ। ਭਾਈ ਰੋਡੇ ਜਲਾਲੀ ਨੂੰ ਕਿਹਾ, ਕਹਿੰਦੇ ਰੋਡੇ ਜਲਾਲੀ ਕਿਸੇ ਦਾ ਦਿਲ ਨਹੀਂ ਤੋੜੀਦਾ। ਹਾਂ, ਭਾਵੇਂ ਤੋਂ ਖਾਲੀ ਹੱਥ ਆ ਜਾਂਦਾ ਕੋਈ ਗੱਲ ਨਹੀਂ ਸੀ, ਦਰਸ਼ਨੀ ਪੇਟਾ ਨਾ ਦਿੰਦਾ ਕੋਈ ਗੱਲ ਨਹੀਂ ਸੀ, ਫੁੱਲ ਨਾ ਲੈ ਕੇ ਆਉਂਦਾ ਕੋਈ ਗੱਲ ਨਹੀਂ ਸੀ, ਪਰ ਕਮ ਸੇ ਕਮ ਤੂੰ ਇਹ ਤੇ ਸੋਚ ਲੈਂਦਾ ਕਿ ਕਿਸੇ ਦਾ ਤੂੰ ਦਿਲ ਨਹੀਂ ਤੋੜਨਾ ਸੀ। ਤੋ ਜਿਹਨੇ ਕਿਸੇ ਦਾ ਦਿਲ ਤੋੜਿਆ ਉਹਨੂੰ ਕੋਈ ਵਰ ਨਹੀਂ ਹੈ। ਜਿਹਨੇ ਬਗੀਚੀ ਦੇ ਵਿੱਚ ਫੁੱਲ ਤਿਆਰ ਕੀਤੇ ਸੋਹਣਾ ਤੇ ਮੋਹਣਾ ਨੂੰ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਨੇ ਅਨੇਕਾਂ ਵਚਨ ਦੇ ਕੇ ਦੋਨਾਂ ਪਤੀ ਪਤਨੀ ਨੂੰ ਤਾਰ ਦਿੱਤਾ ਹੈ। ਕਹਿੰਦੇ ਅੱਜ ਤੋਂ ਬਾਅਦ ਜਦ ਵੀ ਤੁਸੀਂ ਆਪਣੀਆਂ ਨੇਤਰ ਖੋਲਿਆ ਕਰੋਗੇ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਦੇ ਟਾਈਮ ਤੱਕ, ਅਸੀਂ ਭਾਵੇਂ ਜਿੱਥੇ ਮਰਜੀ ਹੋਈਏ ਪਰ ਸਾਖਸ਼ਤ ਸਾਡਾ ਸਰੂਪ ਹੀ ਤੁਹਾਨੂੰ ਨਜ਼ਰ ਆਇਆ ਕਰੂਗਾ। ਇਹ ਵਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੇ। ਹਰ ਇੱਕ ਦੇ ਪ੍ਰਾਣੀ ਦੇ ਵਿੱਚੋਂ, ਹਰ ਇੱਕ ਜਗ੍ਹਾ ਤੋਂ ਤੁਹਾਨੂੰ ਸਾਡਾ ਸਰੂਪ ਨਜ਼ਰ ਆਇਆ ਕਰੂ। ਅਸੀਂ ਤੁਹਾਡੇ ਨਾਲ ਗੱਲਾਂ ਕਰਿਆ ਕਰਾਂਗੇ, ਤੁਸੀਂ ਸਾਡੇ ਨਾਲ ਗੱਲਾਂ ਕਰਿਆ ਕਰਿਓ। ਸ਼ੁਭ ਕਰਮਨ ਤੇ ਕਬ ਹੋਣਾ ਡਰੂ, ਇਹਨੂੰ ਸ਼ੁਭ ਕਰਮਨ ਕਹਿੰਦੇ ਨੇ। ਤੇ ਜੇ ਕਿਸੇ ਨੂੰ ਰੁਲਾਇਆ, ਤੜਫਾਇਆ, ਕਿਸੇ ਨੂੰ ਦੁਖੀ ਕੀਤਾ, ਤਾਂ ਸਮਝ ਲੈਣਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਨਹੀਂ ਮਿਲੇਗੀ। ਖੈਰ, ਸਮਾਪਤੀ ਦਾ ਸਮਾਂ ਹੋ ਗਿਆ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਇੱਥੇ ਸਮਾਪਤੀ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।